हेलो स्टूडेंट, वेलकम ऑन लर्न इंग्लिश पंजाबी एंड हिंदी यूट्यूब चैनल। तो अज असी करांगे चैप्टर 14 एन एंड एफ हुक्स। सो स्टूडेंट जिहड़ी एन हुक है वो सारे स्ट्रेट स्ट्रोक्स ते कर्वड स्ट्रोक्स ते अप स्ट्रोक्स नूं लगदी है ते इंग नूं एन हुक नहीं लगदी। ते जिहड़ी एफ वी हुक है वो सारे स्ट्रेट स्ट्रोक्स नूं लगदी है एंड अप स्ट्रोक्स जिहड़े आर डबल्यू वाई एच एच सारिਆਂ ਨੂੰ लगदी है। लेकिन जिहड़े कर्वड स्ट्रोक्स ने सारे इन्हां ਨੂੰ ਅਸੀਂ एफ वी हुक नहीं लाਉਂਦੇ। सो ਉਹ किस तरह फिर ਅਸੀਂ ਇਹਨਾਂ ਨੂੰ ਹੁਣ ਲਗਾ ਕੇ ਦੇਖਦੇ ਹਾਂ। ਪਹਿਲੇ ਅਸੀਂ ਲਿਖਾਂਗੇ ਪਲੇਨ ਸਟ੍ਰੋਕਸ ਜਿਹੜੇ ਨੇ, ਜਿਵੇਂ ਪੀ ਬੀ ਟੀ ਡੀ ਜੇ ਕੇ ਗੇ ਐਫ ਵੀ ਇਸ਼ ਜੀ ਇਥ ਦੀ ਐਸ ਜ਼ੈਡ ਐਮ ਐਨ इंग एल आर डब्लू वाई एच। सो हुण असीं इन्हां नूं एन हुक लगावांगे। पहले इकल्ले प ब ट ड च ज वगैरह सी ते हुण इन्हां दी साउंड दे विच एन भी एडिशन हो जाएगी, जिवें कि पी एन राइट हुक राइट मोशन हुक जिहड़ी है वो एन वास्ते असीं यूज़ करते हैं बी एन, तो उपर असीं आर हुक भी राइट मोशन लाई सी टी एन डी एन जे एन के एन गे एन एफ एन वी एन इश एन जिहड़ा है ਜਦੋਂ ਇਸ਼ ਨੂੰ ਐਨ ਹੁੱਕ ਲੱਗੀ ਹੁੰਦੀ ਹੈ ਇਹ ਅਪਵਰਡ ਐਂਡ ਡਾਊਨਵਰਡ ਦੋਨੇ ਤਰ੍ਹਾਂ ਲਿਖਿਆ ਜਾਂਦਾ ਹੈ। ਅਤੇ ਜੀ ਐਨ ਇਥ ਐਨ ਡੀ ਐਨ ਐਸ ਐਨ ਜ਼ੈਡ ਐਨ ਐਮ ਐਨ ਅਤੇ ਇੰਗ ਨੂੰ ਐਨ ਹੁੱਕ ਅਸੀਂ ਨਹੀਂ ਲਾਉਂਦੇ ਅਤੇ ਇੰਗ ਨੂੰ ਐਨ ਹੁੱਕ ਨਹੀਂ ਲੱਗਦੀ। ਐਲ ਐਨ आर एन आर डाउनवर्ड एन डब्ल्यू एन वाई एन ते एच डाउनवर्ड एन। सो इस तरह स्टूडेंट जिहड़े इश एन है इनू डाउनवर्ड भी लिख सकते हैं तो अपवर्ड भी लिख सकते हैं। सो इस तरह साडे कोल वी हुक जिहड़ी है ये सारे स्ट्रेट स्ट्रोक्स नूं लगदी है और लैफ्ट मोशन जिमें कि पी एफ और पी बी। एफ हुक जिहड़ी है एफ और वी दोनों वास्ते ही यूज़ हुंदी है, बी एफ या बी टी एफ या टी वी डी एफ या डी वी जे एफ जे एफ तो जे वी दोनों वास्ते असीं इनू पढ़ सकते हैं तो दोनों वास्ते यूज़ करते हैं। इस तरह ही के एफ तो के वी गे एफ तो गे वी तो एफ वी इश जी इथ दी एस जैड एम एन इंग एल तो आर डाउनवर्ड ये सारे कर्वड स्ट्रोक्स नूं असीं हुक नहीं लाउंदे। अकॉर्डिंग टू चैप्टर अकॉर्डिंग टू रूल जिहड़ी एफ दी वी दी हुक कर्वड स्ट्रोक्स नूं नहीं लगदी। सो जिहड़े अप स्ट्रोक हैगे ने अप स्ट्रोक स्टेट उन्हां नूं इह असीं एफ वी हुक लावांगे, जिवें आर अपवर्ड एफ एंड वी हुक होगी। डबल्यू नूं एफ और वी दी हुक लावांगे, वाई नूं भी एफ और वी दी हुक लावांगे। सो इस तरह एच अपवर्ड इनू भी एफ और वी दी हुक लगेगी, डाउनवर्ड एच नूं एफ और वी दी हुक लगेगी। सो इस तरह इस तो अगे ही देखते हैं तो वर्ड विच किवें यूज़ करना इनू। जिवें साडे कोल वर्ड हैगा बैन, स्ट्रेट स्ट्रोक्स नूं असीं एन हुक लाउंदे हां, जिवें कि वर्ड बैन
ਇਹਦੇ ਵਿੱਚ ਬੀ ਨੂੰ ਬਾਅਦ ਐਨ ਆ ਰਿਹਾ ਤੇ ਐਨ ਹੁੱਕ ਲਾ ਦੇਵਾਂਗੇ। ਤੇ ਪਹਿਲਾਂ ਅਸੀਂ ਕੀ ਕਰਦੇ ਸੀ, ਐਨ ਹੁੱਕ ਜਿਹੜੀ ਸੀਗੀ ਲਾਉਣ ਦੀ ਬਜਾਏ ਸਟੋਪ ਪੂਰਾ ਲਿਖਦੇ ਸੀ। ਹੁਣ ਅਸੀਂ ਐਨ ਦੀ ਹੁੱਕ ਯੂਜ਼ ਕਰਾਂਗੇ। ਇਸ ਤਰ੍ਹਾਂ ਹੀ ਵਰਡ ਟੌਨ, ਟੀ ਤੇ ਐਨ ਹੁੱਕ, ਪਹਿਲੇ ਅਸੀਂ ਲਿਖਦੇ ਸੀ ਟੀ ਤੇ ਐਨ, ਤੇ ਹੁਣ ਅਸੀਂ ਐਨ ਹੁੱਕ ਯੂਜ਼ ਕਰ ਸਕਦੇ ਹਾਂ। ਸੋ ਚੇਨ, ਚੇ ਨੂੰ ਐਨ ਹੁੱਕ ਲਾਵਾਂਗੇ ਚੇਨ, ਤੇ ਕਾਇਨ, ਕੇ ਨੂੰ ਐਨ ਹੁੱਕ ਲਾਵਾਂਗੇ। ਇਸੇ ਤਰ੍ਹਾਂ ਹੀ ਕਾਇਨ, ਰੇਨ ਐਨ ਹੁੱਕ ਲਗਾ ਸਕਦੇ ਹਾਂ। ਜੇ ਨਾ ਲਾਵਾਂਗੇ ਤਾਂ ਐਨ ਪੂਰਾ ਪਾਉਣਾ ਪੈਂਦਾ ਸੀ ਸਾਨੂੰ। ਇਸ ਤਰ੍ਹਾਂ ਹੀ ਹੌਨ, ਐਚ ਨੂੰ ਐਨ ਹੁੱਕ ਲਾ ਕੇ ਆਪਾਂ ਵਰਡ ਹੌਨ ਦੀ ਆਊਟਲਾਈਨ ਲਿਖ ਸਕਦੇ ਹਾਂ, ਨਹੀਂ ਤਾਂ ਐਨ ਅਸੀਂ ਪਹਿਲਾਂ ਇਸ ਤਰ੍ਹਾਂ ਲਿਖਦੇ ਸੀ। ਸੋ ਸਟੂਡੈਂਟ, ਜਦੋਂ ਬ੍ਰੇਨ ਜਿਵੇਂ ਕਿ ਵਰਡ ਆਰ ਹੁੱਕ ਇਨੀਸ਼ੀਅਲ ਹੁੱਕ ਕਹਿੰਦੇ ਸੀ ਆਪਾਂ, ਤਾਂ ਇਹਨੂੰ ਅਸੀਂ ਇਨੀਸ਼ੀਅਲੀ ਕਿਸੇ ਸਟ੍ਰੋਕ ਦੇ ਸ਼ੁਰੂ ਵਿੱਚ ਰਾਈਟ ਮੋਸ਼ਨ ਲਾਉਂਦੇ ਸੀ। ਇਸ ਤਰ੍ਹਾਂ ਹੀ ਐਨ ਹੁੱਕ ਜਿਹੜੀ ਹੈ ਵਰਡ ਦੇ ਐਂਡ ਵਿੱਚ ਫਾਈਨਲ ਹੁੱਕ ਵੀਰ ਨੂੰ ਕਹਿੰਦੇ ਅਸੀਂ, ਤੇ ਇਹਨੂੰ ਵੀ ਰਾਈਟ ਮੋਸ਼ਨ ਲਾਉਂਦੇ ਹਾਂ। ਜਿਵੇਂ ਕਿ ਇਸ ਵਰਡ ਵਿੱਚ ਬ੍ਰੇਨ, ਬੀ ਆਰ, ਫਿਰ ਨੀਚੇ ਐਨ ਹੁੱਕ ਵੀ ਲੱਗੀ ਹੋਈ ਹੈ ਐਂਡ ਦੇ ਵਿੱਚ, ਬੀ ਆਰ ਉੱਪਰ ਸ਼ੁਰੂ ਵਿੱਚ ਇਨੀਸ਼ੀਅਲ ਹੁੱਕ ਹੈ, ਐਂਡ ਵਿੱਚ ਫਾਈਨਲ ਹੁੱਕ ਹੈ ਬ੍ਰੇਨ। ਇਸ ਤਰ੍ਹਾਂ ਹੀ ਟ੍ਰੇਨ ਵਰਡ, ਟੀ ਆਰ ਤੇ ਏ ਵਾਵਲ ਤੇ ਇਨੀਸ਼ੀਅਲ ਐਂਡ ਫਾਈਨਲ ਹੁੱਕ ਦੋਨੇ ਰਾਈਟ ਮੋਸ਼ਨ ਲਿਖੀਆਂ ਜਾਂਦੀਆਂ ਔਰ ਦੋਨੇ ਇੱਕ ਸਾਈਡ 'ਤੇ ਲੱਗ ਸਕਦੀਆਂ। ਕ੍ਰੇਨ, ਕੇ ਆਰ ਤੇ ਐਨ ਹੁੱਕ, ਇਨੀਸ਼ੀਅਲ ਐਂਡ ਫਾਈਨਲ ਹੁੱਕ ਦੋਨੇ ਲੱਗੀਆਂ ਨੇ, ਦੋਨੋਂ ਰਾਈਟ ਮੋਸ਼ਨ ਯੂਜ਼ ਹੁੰਦੀਆਂ। ਸੋ ਇਸੇ ਤਰ੍ਹਾਂ ਹੀ ਜਿਹੜੀ ਐਨ ਹੁੱਕ ਹੈ ਇਹਨੂੰ ਅਸੀਂ ਕਰਵਡ ਸਟ੍ਰੋਕਸ ਦੇ ਇਨਸਾਈਡ ਲਿਖਦੇ ਹਾਂ। ਜਿਵੇਂ ਕਿ ਵਰਡ ਫੇਨ, ਐਫ ਤੇ ਐਨ ਹੁੱਕ। ਜੇ ਸਾਡੇ ਕੋਲ ਐਨ ਹੁੱਕ ਨਾ ਹੁੰਦੀ ਤਾਂ ਅਸੀਂ ਪਹਿਲੇ ਦੀ ਤਰ੍ਹਾਂ ਹੀ ਐਨ ਪੂਰਾ ਯੂਜ਼ ਕਰਦੇ। ਥਿਨ, ਇਥ ਨੂੰ ਐਨ ਹੁੱਕ ਥਿਨ। ਸੋ ਅਸਾਈਨ, ਐ ਸਾਈਨ। ਸੋ ਕਰਵਡ ਸਟ੍ਰੋਕ ਦੇ ਇਨਸਾਈਡ ਸਟ੍ਰੋਕ ਦੇ ਐਂਡ ਵਿੱਚ ਫਾਈਨਲ ਹੁੱਕ ਐਨ ਲੱਗਦੀ ਹੈ। ਸੋ ਇਸੇ ਤਰ੍ਹਾਂ ਵਰਡ ਸ਼ਾਈਨ, ਜਿਵੇਂ ਕਿ ਇਸ਼, ਆਈ ਵੋਵਲ ਔਨ ਕਰਕੇ ਅਵਧਾ ਲੈਨ, ਇਸ਼ ਤੇ ਐਨ ਹੁੱਕ ਸ਼ਾਈਨ। ਮੂਨ, ਥਰਡ ਪਲੇਸ ਵਾਵਲ, ਐਮ ਔਨ ਦਾ ਲਾਈਨ ਤੇ ਐਨ ਹੁੱਕ ਮੋਨ। ਲੀਨ, ਐਲ ਥਰੂ ਦਾ ਲਾਈਨ, ਐਨ ਹੁੱਕ ਤੇ ਈ ਵਾਵਲ ਲੀਨ। ਸੋ ਸਟੂਡੈਂਟ, ਅੱਗੇ ਆ ਜਾਂਦੀ ਸਾਡੇ ਕੋਲ ਸਟੇਟ ਸਟ੍ਰੋਕਸ ਨੂੰ ਐਫ ਐਂਡ ਵੀ ਹੁੱਕ। ਐਫ ਐਂਡ ਵੀ ਹੁੱਕ ਜਿਹੜੀ ਹੈ ਇਹ ਸਟੇਟ ਸਟ੍ਰੋਕਸ ਨੂੰ ਲੱਗਦੀ ਹੈ ਲੈਫਟ ਮੋਸ਼ਨ, ਜਿਵੇਂ ਕਿ ਐਲ ਹੁੱਕ ਲੈਫਟ ਮੋਸ਼ਨ ਲੱਗਦੀ ਸੀ ਇਨੀਸ਼ੀਅਲੀ, ਤੇ ਫਾਈਨਲੀ ਐਫ ਐਂਡ ਵੀ ਹੁੱਕ ਜਿਹੜੀ ਹੈ ਲੈਫਟ ਮੋਸ਼ਨ ਲੱਗੇਗੀ। ਜਿਵੇਂ ਕਿ ਬਫ, ਬੀ ਤੇ ਐਫ ਹੁੱਕ, ਜੇ ਅਸੀਂ ਐਫ ਪੂਰਾ ਲਿਖਦੇ ਤਾਂ ਇਸ ਤਰ੍ਹਾਂ ਲਿਖ ਰਹੇ ਹੁੰਦੇ। ਸੋ ਨੈਕਸਟ ਵਰਡ ਹੈਗਾ ਟਫ, ਟੀ ਐਫ ਹੁੱਕ ਟਫ, ਤੇ ਜੇ ਪੂਰਾ ਲਿਖਦੇ ਇਸ ਤਰ੍ਹਾਂ ਹੀ ਬਫ ਦੀ ਤਰ੍ਹਾਂ ਐਫ ਇੱਥੇ ਟੀ ਦੇ ਨਾਲ ਲਿਖਦੇ ਪੂਰਾ। ਚੇਫ, ਚੇ ਦੇ ਨਾਲ ਐਫ ਹੁੱਕ, ਬਟ ਚੇਫ ਜੇ ਅਸੀਂ ਪੂਰਾ ਲਿਖਦੇ ਤਾਂ ਐਫ ਹੁੱਕ, ਜੇ ਅੱਜ ਹੁੱਕ ਨਾ ਯੂਜ਼ ਕਰਦੇ ਤਾਂ ਐਫ ਇੱਦਾਂ ਹੀ ਜਿਵੇਂ ਬਫ, ਟਫ, ਚਫ, ਚੇਫ ਲਿਖਣਾ ਪੈਣਾ ਸੀ। ਇਸ ਤਰ੍ਹਾਂ ਹੀ ਇਹ ਜਿਹੜੀ ਹੁੱਕ ਵੀ ਵਾਸਤੇ ਵੀ ਯੂਜ਼ ਕੀਤੀ ਆਪਾਂ, ਜਿਵੇਂ ਕਿ ਕੇਵ, ਕੇਵ, ਨਹੀਂ ਤਾਂ ਵੀ ਪੂਰਾ ਲਿਖਣਾ ਪੈਂਦਾ ਸਾਨੂੰ। ਸੋ ਅੱਜ ਸਾਡੇ ਕੋਲ ਵੀ ਹੈ ਹੁੱਕ, ਤਾਂ ਫਾਈਨਲ ਹੁੱਕ ਕਰਕੇ ਅਸੀਂ ਇਹਨੂੰ ਹੁੱਕ ਲਗਾ ਕੇ ਈਜ਼ੀਲੀ ਲਿਖ ਸਕਦੇ ਹਾਂ। ਵਰਡ ਹੈਗਾ ਸਾਡੇ ਕੋਲ ਹੁਣ ਰੇਵ।
ਸੋ ਜੇ ਸਾਡੇ ਕੋਲ ਵੀ ਹੁੱਕ ਨਾ ਹੁੰਦੀ ਤਾਂ ਅਸੀਂ ਇਸ ਤਰ੍ਹਾਂ ਲਿਖ ਰਹੇ ਹੁੰਦੇ ਰੇਵ। ਸੋ ਬਲਫ ਇਨੀਸ਼ਲੀ ਐਲ ਹੁੱਕ ਜਿਹੜੀ ਹੈ ਲੱਗਦੀ ਸੀ ਅਤੇ ਫਾਈਨਲੀ ਐਫ ਹੁੱਕ ਲੱਗਦੀ ਹੈ, ਅਤੇ ਦੋਨੋਂ ਹੀ ਆਪਾਂ ਲੈਫਟ ਮੋਸ਼ਨ ਯੂਜ਼ ਕਰਦੇ ਹਾਂ। ਜਿਵੇਂ ਇਹਨੂੰ ਅਸੀਂ ਲੈਫਟ ਮੋਸ਼ਨ ਹੁੱਕ ਵੀ ਕਹਿ ਸਕਦੇ ਹਾਂ, ਜਿਵੇਂ ਕਿ ਬਲਫ BL ਅਤੇ ਐਫ ਸਾਡਾ ਹੱਥ ਚੱਲਦੇ ਹੋਏ ਲੈਫਟ ਸਾਈਡ ਨੂੰ ਜਾ ਰਿਹਾ। ਕਲਿਫ KL ਤੋਂ ਬਾਅਦ ਥਰਡ ਪਲੇਸ ਵਾਵਲ ਤਾਂ ਅੱਗੇ ਐਫ ਦੀ ਹੁੱਕ। ਜੇ ਨਾ ਇੱਦਾਂ ਐਫ ਹੁੱਕ ਯੂਜ਼ ਕਰਦੇ ਤਾਂ ਫਿਰ ਪਿਛਲੇ ਰੂਲ ਮੁਤਾਬਕ ਅਸੀਂ ਐਫ ਪੂਰਾ ਯੂਜ਼ ਕਰ ਰਹੇ ਹੁੰਦੇ, ਬਟ ਅੱਜ ਸਾਡੇ ਕੋਲ ਹੁੱਕ ਆ ਤਾਂ ਈਜ਼ੀ ਹੋ ਗਿਆ। ਗਲੋਬ GL ਹੁੱਕਡ ਫੋਮ ਤੋਂ ਬਾਅਦ ਅੱਗੇ ਫਿਰ V ਗਲੋਬ, ਮਤਲਬ ਇਨੀਸ਼ੀਅਲ ਹੁੱਕ ਅਤੇ ਫਾਈਨਲ ਹੁੱਕ ਜਿਹੜੀ ਹੈ L ਅਤੇ F ਵੀ ਹੁੱਕ ਦੋਨੋਂ ਲੈਫਟ ਮੋਸ਼ਨ ਨੇ, ਦੋਨੋਂ ਇੱਕੋ ਸਾਈਡ 'ਤੇ ਲੱਗਦੀਆਂ ਨੇ, ਉਹ ਸ਼ੁਰੂ ਵਿੱਚ ਅਤੇ ਐਂਡ ਵਿੱਚ। ਸੋ ਜਿਹੜੇ ਸਾਡੇ ਕੋਲ ਕਰਵਡ ਸਟ੍ਰੋਕਸ ਨੇ ਉਹਨਾਂ ਨੂੰ N ਹੁੱਕ ਤਾਂ ਲੱਗਦੀ ਹੈ, ਜਿਵੇਂ ਕਿ ਆਪਾਂ ਇੱਥੇ ਲਗਾ ਕੇ ਆਏ ਹਾਂ, ਵਰਡ ਦੇਖ ਰਹੇ ਹੋ ਤੁਸੀਂ, ਜਿਵੇਂ ਕਿ ਫਾਈਨ ਬਟ 5 VF ਹੁੱਕ ਨਹੀਂ ਲੱਗਦੀ, F ਔਰ V ਹੁੱਕ ਉੱਥੇ ਹੀ ਸਟ੍ਰੋਕ ਪੂਰਾ ਯੂਜ਼ ਕਰਾਂਗੇ। 5 ਲਾਈਨ ਬਟ ਲਾਈਵ, ਇਸ ਤਰ੍ਹਾਂ ਹੀ 9 N ਹੁੱਕ ਯੂਜ਼ ਕਰ ਲਾਂਗੇ ਬਟ ਨਾਈਫ F ਪੂਰਾ ਸਟ੍ਰੋਕ ਲਿਖਾਂਗੇ। ਇਸ ਤਰ੍ਹਾਂ ਹੀ ਵਰਡ ਮੂਨ ਬਟ ਮੂਵ। ਸੋ ਸਟੂਡੈਂਟ ਇਸ ਤਰ੍ਹਾਂ ਅੱਗੇ ਚੱਲਦੇ ਹਾਂ, ਅਤੇ ਹੁੱਕ ਜਿਹੜੀ ਆ ਅਸੀਂ ਨਹੀਂ ਯੂਜ਼ ਕਰਦੇ ਜਦੋਂ N ਤੋਂ ਬਾਅਦ ਜਾਂ F ਤੋਂ ਬਾਅਦ ਵੋਵਲ ਆ ਰਿਹਾ ਹੋਵੇ, ਜਿਵੇਂ ਕਿ ਪੈਨ ਪੈਨੀ N ਪੂਰਾ ਲਿਖਾਂਗੇ। ਪਫ ਬਟ ਪਫੀ F ਪੂਰਾ ਯੂਜ਼ ਕਰਾਂਗੇ। ਇਸ ਤਰ੍ਹਾਂ ਹੀ ਫਨ ਬਟ ਫਨੀ N ਪੂਰਾ ਲਿਖਾਂਗੇ। ਮੈਨ N ਹੁੱਕ ਯੂਜ਼ ਕਰਾਂਗੇ ਬਟ ਮੈਨੀ N ਪੂਰਾ ਲਿਖਾਂਗੇ। ਸੋ ਹੁੱਕਡ ਫੋਰਮ ਜਿਹੜੀ LN ਇਸ਼ N ਦੀ ਹੈ, ਇਹਨੂੰ ਆਪਾਂ ਡਾਊਨਵਰਡ ਐਂਡ ਅਪਵਰਡ ਦੋਨੇ ਤਰ੍ਹਾਂ ਯੂਜ਼ ਕਰ ਲੈਂਦੇ ਹਾਂ, LN ਅਤੇ ਇਸ਼ N। ਜਿਵੇਂ ਕਿ ਵਰਡ ਗੈਲਨ, ਗੇ ਤੋਂ ਬਾਅਦ ਸਾਡੇ ਕੋਲ ਇੱਥੇ LN ਗੈਲਨ। ਸੋ ਇਸ ਤਰ੍ਹਾਂ ਹੀ ਵਰਡ ਜਿਹੜਾ ਹੈਗਾ ਗੈਲਨ ਗੇਲਨ ਗੈਲਨ। ਸੋ ਇਸ ਤਰ੍ਹਾਂ ਹੀ ਵਰਡ ਹੈਗਾ ਫੋਲਨ ਫੋਲਨ F O ਵਾਵਲ L ਜਿਹੜਾ ਹੈ ਡਾਊਨਵਰਡ ਯੂਜ਼ ਕਰ ਲਾਂਗੇ ਅਕੋਰਡਿੰਗ ਟੂ ਈਜ਼ੀ ਜਰਨਿੰਗ ਐਂਡ ਅਕੋਰਡਿੰਗ ਟੂ ਫਲੋ। ਸੋ ਇਸ ਤਰ੍ਹਾਂ ਹੀ ਵਰਡ ਹੈਗਾ ਸਾਡੇ ਕੋਲ ਮੈਲਨ MLN ਅਪਵਰਡ ਯੂਜ਼ ਕਰ ਲਾਂਗੇ ਅਕੋਰਡਿੰਗ ਟੂ ਫਲੋ। M ਤੋਂ ਬਾਅਦ ਹੱਥ ਜਿਹੜਾ ਇਸ ਤਰ੍ਹਾਂ ਠੀਕ ਚੱਲਦਾ ਸਾਡਾ। ਇਸ ਤਰ੍ਹਾਂ ਹੀ ਵਰਡ ਐਨਲਾਈਨ ਲਾਈਨ LN ਦੀ ਡਾਊਨਵਰਡ ਫੋਰਮ ਯੂਜ਼ ਕਰ ਲਾਂਗੇ। ਸਿਟੂਏਸ਼ਨ ਡਾਊਨਵਰਡ ਯੂਜ਼ ਕਰ ਲਾਂਗੇ। ਸਿਟੂਏਸ਼ਨ। ਇਸ ਤਰ੍ਹਾਂ ਹੀ ਜੇ ਐਕਸਟੈਨੂਏਸ਼ਨ ਆ ਵਰਡ ਐਕਸਟੈਨੂਏਸ਼ਨ ਅਪਵਰਡ ਯੂਜ਼ ਕਰ ਲਾਂਗੇ। ਸੋ ਨੈਕਸਟ ਜਿੱਥੇ ਇਸ ਨੂੰ ਵਰਡ ਇਸ ਤਰ੍ਹਾਂ ਆ ਜਾਂਦੇ ਆ ਜਿਵੇਂ ਪਲੈਂਟੀ, ਅਤੇ N ਹੁੱਕ ਨੂੰ ਅਸੀਂ ਫਿਰ ਉੱਥੇ ਮਿਡਲ ਵਿੱਚ ਵੀ ਯੂਜ਼ ਕਰ ਲੈਂਦੇ ਹਾਂ ਪਲੈਂਟੀ। ਇਸ ਤਰ੍ਹਾਂ ਹੀ ਏਜੰਟ ਸਡਨਨੈਸ
second place vowel. Punish, P N hook ਤੇ ish, punish. ਸੋ ਇਸੇ ਤਰ੍ਹਾਂ ਹੀ painful, defense, D F N S circle, middle ਵਿੱਚ use. refer, R F hook, refer. ਇਸ ਤਰ੍ਹਾਂ ਇਹ hook N and F used in middle, ਇਹਨੂੰ ਅਸੀਂ ਮਿਡਲ ਵਿੱਚ ਯੂਜ਼ ਕਰ ਸਕਦੇ ਹਾਂ। ਨੈਕਸਟ ਵਰਡ ਸਾਡੇ ਕੋਲ ਗ੍ਰਾਫਿਕ, ਡਿਵਾਈਡ, ਗ੍ਰਾਫਿਕ। ਸੋ ਜਿੱਥੇ ਫਰਕ ਰੱਖਣਾ ਹੋਵੇ ਵਰਡਸ ਦੇ ਵਿੱਚ, ਉੱਥੇ ਅਸੀਂ ਕੁਛ ਵਰਡ ਇਹੋ ਜਿਹੇ ਆ ਜਾਂਦੇ ਆ ਤਾਂ ਅਸੀਂ ਇਹ ਜਿਹੜੀ ਹੈ ਐਨ ਮਿਡਲ ਵਿੱਚ ਯੂਜ਼ ਨਹੀਂ ਕਰਦੇ। ਏਜੰਸੀ, ਜਿਵੇਂ ਏਜੰਸੀ, ਔਰ ਲਿਖਣਾ ਵੀ ਸਹੀ ਰਹਿੰਦਾ ਇਸ ਤਰ੍ਹਾਂ ਅਤੇ ਪੜ੍ਹਨ 'ਚ ਵੀ ਦਿੱਕਤ ਨਹੀਂ ਆਉਂਦੀ। ਸਡਨਲੀ, ਸਡਨਲੀ, ਇਸ ਤਰ੍ਹਾਂ ਹੀ ਪ੍ਰੋਨਾਊਂਸ, ਪ੍ਰੋ ਐਨ ਤੋਂ ਬਾਅਦ ਆਊ ਵਾਵਲ, ਪ੍ਰੋਨਾਊਂਸ। ਪੇਨਲੈਸ, ਇਸ ਤਰ੍ਹਾਂ ਹੀ ਰਿਵਿਊਅਰ। ਸੋ ਨੈਕਸਟ ਵਰਡ ਹੈਗਾ ਗ੍ਰੈਵਿਟੀ। ਸੋ ਇਸ ਤੋਂ ਅੱਗੇ ਪੁਆਇੰਟ ਹੈ ਸਾਡੇ ਕੋਲ, ਜਦੋਂ ਕਿਸੇ ਵਰਡ ਦੇ ਐਂਡ ਵਿੱਚ ਨਰ ਦੀ ਸਾਊਂਡ ਆਈ ਹੋਵੇ, NER, ਨਰ, ਉੱਥੇ ਅਸੀਂ ਓਪਨਰ N ਨੂੰ R ਹੁੱਕ ਲਾ ਕੇ ਯੂਜ਼ ਕਰਦੇ ਹਾਂ। ਬਟ ਜਦੋਂ ਅਪ ਸਟ੍ਰੋਕ ਤੋਂ ਬਾਅਦ ਆਉਂਦੀ ਹੈ, ਉੱਥੇ ਹੀ N ਹੁੱਕ ਤੇ R ਸਟ੍ਰੋਕ ਲਿਖ ਕੇ ਯੂਜ਼ ਕਰਦੇ ਹਾਂ ਨਰ ਦੀ ਸਾਊਂਡ ਵਾਸਤੇ। NR ਦਾ ਸਿਲੇਬਲ ਯੂਜ਼ ਕਰਦੇ ਹਾਂ, ਅਤੇ ਨਹੀਂ ਤਾਂ ਅਸੀਂ N ਹੁੱਕ ਤੇ R ਯੂਜ਼ ਕਰਦੇ ਹਾਂ। ਜਿਵੇਂ ਵਰਡ ਜਾਇਨਰ, ਇੱਥੇ ਅਸੀਂ N ਹੁੱਕ ਯੂਜ਼, NR ਦੀ ਹੁੱਕਡ ਫਾਰਮ ਯੂਜ਼ ਕਰ ਸਕਦੇ ਹਾਂ। ਬਟ ਵਿਨਰ, ਇੱਥੇ ਅਸੀਂ N ਹੁੱਕ ਤੇ R ਸਟ੍ਰੋਕ ਯੂਜ਼ ਕਰਾਂਗੇ। ਵਿਨਰ ਅਪ ਸਟ੍ਰੋਕ ਦੇ ਨਾਲ ਨਰ ਦੀ ਸਾਊਂਡ ਵਾਲਾ ਵਰਡ ਇਸ ਤਰ੍ਹਾਂ ਹੀ ਯੂਜ਼ ਹੋਏਗਾ, ਸਟ੍ਰੋਕ ਪਲੱਸ R। ਕਿਨਰ ਅਤੇ ਯੋਨਰ, ਇਸ ਤਰ੍ਹਾਂ ਹੀ ਲਾਈਨਰ, ਇੱਥੇ ਆਪਾਂ ਹੁੱਕਡ ਫਾਰਮ ਯੂਜ਼ ਕਰ ਲਾਂਗੇ, ਲੇਕਿਨ ਅਪ ਸਟ੍ਰੋਕ ਤੋਂ ਬਾਅਦ N ਤੇ ਸਟ੍ਰੋਕ, N ਹੁੱਕ ਤੇ ਸਟ੍ਰੋਕ ਯੂਜ਼ ਕਰਦੇ ਹਾਂ। ਸੋ ਸਟੂਡੈਂਟ, ਇੱਥੇ ਸਾਡਾ ਇਹ ਚੈਪਟਰ ਖਤਮ ਹੁੰਦਾ ਹੈ। ਇਸ ਚੈਪਟਰ ਦੇ ਵਿੱਚ ਅਸੀਂ FV ਹੁੱਕ ਨੂੰ ਫਰੇਜ਼ੋਗ੍ਰਾਫੀ ਵਿੱਚ ਵੀ ਯੂਜ਼ ਕਰ ਲੈਂਦੇ ਹਾਂ। ਬੀਨ ਵਾਸਤੇ ਦੈਨ, ਓਨ, ਹੈਵ ਅਤੇ ਆਫ ਵਾਸਤੇ, ਜਿਵੇਂ ਕਿ ਆਈ ਹੈਵ ਬੀਨ, ਆਈ ਹੈਵ ਬੀਨ ਵਾਸਤੇ ਹੁੱਕ ਯੂਜ਼ ਕਰ ਲਵਾਂਗੇ। ਆਈ ਹੈਡ ਬੀਨ ਵਾਸਤੇ ਹੁੱਕ ਲਾ ਲਵਾਂਗੇ। ਦੈਨ ਵਾਸਤੇ ਵੀ ਬੈਟਰ ਦੈਨ ਵਾਸਤੇ N ਹੁੱਕ ਯੂਜ਼ ਕਰ ਲਾਂਗੇ। ਕੈਰਿਡ ਔਨ ਵਾਸਤੇ ਹੁੱਕ ਯੂਜ਼ ਕਰ ਲਾਂਗੇ। ਦੇਅਰ ਔਨ ਵਾਸਤੇ ਹੁੱਕ ਯੂਜ਼ ਕਰ ਲਾਂਗੇ। ਅਵਰ ਔਨ ਵਾਸਤੇ N ਹੁੱਕ। ਇਸ ਤਰ੍ਹਾਂ ਹੀ ਹੈਵ ਔਰ ਆਫ ਵਾਸਤੇ ਵਿੱਚ, ਹੈਵ ਵਾਸਤੇ ਵੀ ਦੀ ਹੁੱਕ ਯੂਜ਼ ਕਰ ਲਾਂਗੇ। ਆਊਟ ਆਫ ਵਾਸਤੇ, ਆਊਟ ਆਫ ਵਾਸਤੇ ਅਸੀਂ F ਦੀ ਹੁੱਕ ਯੂਜ਼ ਕਰ ਲਾਂਗੇ। ਚੈਪਟਰ ਇੱਥੇ ਕੰਪਲੀਟ ਹੁੰਦਾ ਹੈ ਸਟੂਡੈਂਟ। ਅਤੇ ਅੱਗੇ ਵਰਡ ਐਕਸਰਸਾਈਜ਼ ਉਸੇ ਤਰ੍ਹਾਂ ਹੀ ਕਰ ਲੈਣਾ, ਇੱਕ ਇੱਕ ਪੇਜ 'ਤੇ 3-3 ਵਰਡ ਲਿਖ ਕੇ। ਅਤੇ ਅੱਗੇ ਫਿਰ ਸਾਡੇ ਕੋਲ ਗ੍ਰਾਮਰਲੋਗ ਆ ਜਾਂਦੇ ਹੈ। ਗ੍ਰਾਮਰਲੋਗ ਦੇ ਵਿੱਚ ਬੀਨ ਵਾਸਤੇ B ਨੂੰ N ਹੁੱਕ ਔਨ ਦਾ ਲਾਈਨ। ਜਨਰਲ ਅਤੇ ਜਨਰਲੀ ਵਾਸਤੇ J ਨੂੰ N ਹੁੱਕ, ਜਨਰਲ ਅਤੇ ਜਨਰਲੀ ਦੋਨਾਂ ਵਾਸਤੇ। ਵਿਦਨ ਵਾਸਤੇ D ਨੂੰ N ਹੁੱਕ ਥਰੂ ਦਾ ਲਾਈਨ ਲਿਖਾਂਗੇ। ਸਾਊਦਰਨ ਵਾਸਤੇ ਇਥ ਨੂੰ S ਸਰਕਲ ਅਤੇ N ਹੁੱਕ ਔਨ ਦਾ ਲਾਈਨ। ਨੌਰਦਰਨ ਵਾਸਤੇ NR ਹੁੱਕ ਅਤੇ ਐਂਡ ਵਿੱਚ N ਹੁੱਕ ਨੌਰਦਰਨ। ਬਿਹਾਫ ਵਾਸਤੇ B ਨੂੰ F ਹੁੱਕ ਬਿਹਾਫ। ਐਡਵਾਂਟੇਜ ਵਾਸਤੇ D ਨੂੰ V ਹੁੱਕ ਅਬਵ ਦਾ ਲਾਈਨ। ਡਿਫੀਕਲਟ ਵਾਸਤੇ D ਨੂੰ
ਐਫ ਹੁੱਕ ਥਰੂ ਦਾ ਲਾਈਨ। ਇਸ ਤੋਂ ਅੱਗੇ ਵਰਡ ਐਕਸਰਸਾਈਜ਼ ਆ ਜਾਂਦੀਆਂ। ਇਹਦੇ ਵਿੱਚ ਤੁਸੀਂ ਇੱਕ ਲਾਈਨ 'ਤੇ ਜਿੰਨੀ ਸ਼ਾਰਟ ਹੈਂਡ ਲਿਖੀ ਜਾ ਸਕਦੀ ਇਸ ਇੰਗਲਿਸ਼ ਦੀ ਓਨੀ ਲਿਖ ਲੈਣੀ ਅਗਲੇ ਪੇਜ 'ਤੇ। ਉਸ ਤੋਂ ਅੱਗੇ ਪਲੇਸ ਤੋਂ ਇਹਨਾਂ ਦੋਨਾਂ ਦੀ ਪ੍ਰੈਕਟਿਸ ਕਰ ਲੈਣੀ ਹੈ। ਫਿਰ ਇਹ ਵਾਲੀ ਜਿਹੜੀ ਡਿਕਟੇਸ਼ਨ ਐਕਸਰਸਾਈਜ਼ ਹੈ ਇਹਨੂੰ ਮੈਂ ਫਿਰ ਜਲਦੀ ਹੀ ਅਪਲੋਡ ਕਰ ਦਿਆਂਗਾ YouTube ਚੈਨਲ 'ਤੇ। ਜੇ ਤੁਹਾਨੂੰ ਮੇਰਾ ਇਹ ਚੈਨਲ ਪਸੰਦ ਆਇਆ ਹੋਵੇ ਇਹਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਅਤੇ ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਡੋਂਟ ਵਰੀ, ਬੀ ਹੈਪੀ।